ਰੋਹੀ ਦਾ ਫੁੱਲ। ਸਵੈਜੀਵਨੀ ਸੂਬੇਦਾਰ ਸ਼ਿਵ ਸਿੰਘ। ਹੁਣ ਤੁਸੀਂ ਸੁਣੋਗੇ 4 ਸਤੰਬਰ 2024 ਨੂੰ ਆਪਣੀ ਉਮਰ ਦੇ 95 ਸਾਲ ਪੂਰੇ ਕਰ ਚੁੱਕੇ ਸੂਬੇਦਾਰ ਸ਼ਿਵ ਸਿੰਘ ਦੀ ਸਵੈਜੀਵਨੀ ਦਾ ਦੂਜਾ ਭਾਗ, ਜਿਸ ਦਾ ਪਹਿਲਾ ਭਾਗ ਅਨੂਠੀਆਂ ਯਾਦਾਂ ਹੱਡਬੀਤੀਆਂ ਦੇ ਸਿਰਲੇਖ ਹੇਠ ਮੇਰੀ ਆਵਾਜ਼ ਵਿੱਚ ਸੁਣ ਚੁੱਕੇ ਹੋ। ਸੂਬੇਦਾਰ ਸ਼ਿਵ ਸਿੰਘ ਦੀ ਰੋਹੀ ਦਾ ਫੁੱਲ ਸਵੈਜੀਵਨੀ ਪੁਸਤਕ ਦੇ ਪ੍ਰਕਾਸ਼ਕ ਨੇ ਨਵਰੰਗ ਪਬਲੀਕੇਸ਼ਨ, ਪਿੰਡ ਚੱਕ, ਅੰਮ੍ਰਿਤਸਰੀਆ, ਪਾਤੜਾ ਰੋਡ, ਸਮਾਣਾ, ਅਤੇ ਉਹਨਾਂ ਦਾ ਈਮੇਲ ਹੈ navrang47samana@gmail.com। ਰੋਹੀ ਦਾ ਫੁੱਲ ਸਵੈਜੀਵਨੀ ਵਿੱਚ ਉਹਨਾਂ ਨੇ ਆਪਣੇ ਜੀਵਨ ਦੀਆਂ ਉਹਨਾਂ ਕੁਝ ਹਕੀਕਤਾਂ ਨੂੰ ਵੀ ਸਮਾਜ ਸਾਹਮਣੇ ਰੱਖਣ ਵਿੱਚ ਕੋਈ ਝਿਜਕ ਨਹੀਂ ਵਿਖਾਈ ਹੈ, ਜੋ ਕਈ ਵਾਰ ਲੋਕ ਲੱਜ ਲਈ ਨਹੀਂ ਕਹਿੰਦੇ। ਪਰ ਸੂਬੇਦਾਰ ਸਾਹਿਬ, ਜਿਨ੍ਹਾਂ ਦਾ ਪੂਰਨ ਜੀਵਨ ਬਹੁਤ ਹੀ ਸੰਘਰਸ਼ਮਈ ਰਿਹਾ ਹੈ, ਉਹਨਾਂ ਨੇ ਆਪਣੇ ਜੀਵਨ ਨਾਲ ਜੁੜੀ ਹੋਈ ਕੋਈ ਵੀ ਗੱਲ ਕਹਿਣ ਤੋਂ ਇੱਥੇ ਸੰਕੋਚ ਨਹੀਂ ਕੀਤਾ ਹੈ, ਭਾਵੇਂ ਉਹ ਗੱਲਾਂ ਉਹਨਾਂ ਦੇ ਪਰਿਵਾਰ ਨਾਲ ਜੁੜੇ ਹੋਏ ਕਈ ਮਿੱਠੇ ਕੌੜੇ ਤਜਰਬੇ ਹੀ ਕਿਉਂ ਨਾ ਹੋਣ। ਇਹ ਕਿਤਾਬ ਉਹਨਾਂ ਪੀੜਤਾਂ ਨੂੰ ਸਮਰਪਿਤ ਕੀਤੀ ਹੈ ਜੋ ਲੱਖ ਯਤਨ ਕਰਨ ਦੇ ਬਾਵਜੂਦ ਵੀ ਲੰਮੀ ਮੁੱਦਤ ਅਥਵਾ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਵੀ ਪਰਿਵਾਰਕ ਹਾਲਾਤ ਅਨੁਕੂਲ ਨਾ ਹੋਣ ਕਰਕੇ ਵੀ ਚੜ੍ਹਦੀ ਕਲਾ ਵਿੱਚ ਦਿਲ ਨੂੰ ਧੜਕਦਾ ਰੱਖ ਕੇ ਅੱਗੇ ਵਧ ਰਹੇ ਨੇ। ਸੂਬੇਦਾਰ ਸ਼ਿਵ ਸਿੰਘ ਦੀ ਇਸ ਪੁਸਤਕ ਬਾਰੇ ਡਾਕਟਰ ਅਮਰ ਕੋਮਲ ਨੇ ਇਸ ਦੀ ਭੂਮਿਕਾ ਵਿੱਚ ਇਸ ਨੂੰ ਤਲਖ ਹਕੀਕਤਾਂ ਦੀ ਅਨੂਠੀ ਕਹਾਣੀ ਕਿਹਾ। ਉਹਨਾਂ ਦਾ ਕਹਿਣਾ ਕਿ ਸਵੈਜੀਵਨੀ ਅਜਿਹੀ ਆਤਮ ਕਥਾ ਹੁੰਦੀ ਹੈ ਜਿਸ ਰਾਹੀਂ ਆਪ ਖੁਦ ਲੇਖਕ ਨੇ ਆਪਣੇ ਜੀਵਨ ਕਾਲ ਦੇ ਪਰਿਵਾਰਕ, ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਹਾਲਾਤ ਨੂੰ ਸਾਹਿਤਕ ਸ਼ੈਲੀ ਵਿੱਚ ਪੇਸ਼ ਕਰਨਾ ਹੁੰਦਾ ਹੈ। ਲੇਖਕ ਦੇ ਆਪਣੇ ਜੀਵਨ ਸਮਾਚਾਰ, ਜੀਵਨ ਘਟਨਾਵਾਂ, ਕਥਾਵਾਂ, ਰਿਸ਼ਤਿਆਂ, ਨਾਤਿਆਂ, ਦੋਸਤਾਂ, ਮਿੱਤਰਾਂ ਤੋਂ ਇਲਾਵਾ ਉਹਨਾਂ ਵਿਅਕਤੀਆਂ ਸੰਬੰਧੀ ਵੀ ਲਿਖਿਆ ਜਾ ਸਕਦਾ ਹੈ ਜੋ ਉਸ ਦੇ ਜੀਵਨ ਵਿੱਚ ਫਰਿਸ਼ਤੇ ਜਾਂ ਦੁਸ਼ਮਣ ਬਣ ਕੇ ਉਸ ਦੇ ਜੀਵਨ ਦੀ ਅਭੁੱਲੀ ਯਾਦ ਬਣੇ ਹੋਣ। ਸਵੈਜੀਵਨੀ ਦਾ ਯਥਾਰਥ ਇਸ ਤੱਥ ਕਰਕੇ ਵੀ ਮਹੱਤਵਪੂਰਨ ਹੈ ਕਿ ਪਾਠਕ ਉਸ ਦੇ ਜੀਵਨ ਦੇ ਉਤਰਾਅ ਚੜ੍ਹਾਅ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਇੰਜ ਉਸ ਦੀ ਚੌਮੁਖੀ ਸੂਚਨਾਵਾਂ ਪ੍ਰਦਾਨ ਕਰਦੀ ਸਵੈਜੀਵਨੀ ਬੀਤੇ ਸਮੇਂ ਦੇ ਇਤਿਹਾਸ, ਭੂਗੋਲ ਦੇ ਝਲਕਾਰੇ ਪ੍ਰਦਾਨ ਕਰਨ ਦੇ ਸਮਰੱਥ ਹੋ ਸਕਦੀ ਹੈ। ਪਾਠਕ ਅਜਿਹੀ ਸਵੈਜੀਵਨੀ ਨੂੰ ਪੜ੍ਹ ਕੇ ਵਧੇਰੇ ਸੂਚਨਾਵਾਂ, ਜਾਣਕਾਰੀਆਂ, ਦੁੱਖਾਂ ਸੁੱਖਾਂ ਦੀਆਂ ਕਹਾਣੀਆਂ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਤਬਦੀਲੀਆਂ ਦੀ ਚਲਦੀ ਫਿਰਦੀ ਫਿਲਮ ਦੇ ਦ੍ਰਿਸ਼ ਮਨ ਦੀਆਂ ਅੱਖਾਂ ਰਾਹੀਂ ਅਨੁਭਵ ਕਰ ਸਕਦੇ ਹਨ। ਆਪਣੇ ਜੀਵਨ ਲਈ ਨਵੇਂ ਅਨੁਭਵ ਨੂੰ ਜਗਾ ਕੇ ਆਪਣੇ ਅੰਦਰ ਨਵੀਂ ਸ਼ਕਤੀ ਦਾ ਸੰਚਾਰ ਕਰ ਸਕਦੇ ਹਨ। ਸਵੈਜੀਵਨੀ ਦਾ ਲੇਖਕ ਮਿੱਟੀ ਦੀ ਮਹਿਕ ਪ੍ਰਾਪਤ ਕਰਕੇ ਆਪਣੇ ਪਰਿਵਾਰ, ਸਮਾਜ, ਦੇਸ਼, ਕੌਮ ਤੇ ਲੋਕਾਂ ਦਾ ਸਨੇਹੀ ਹੁੰਦਾ ਹੈ। ਮਨੁੱਖ ਰਹਿੰਦਾ ਹੈ, ਜਾਨਵਰ ਨਹੀਂ ਬਣਦਾ, ਤਾਂ ਹੀ ਆਪਣੀ ਜੀਵਨੀ ਲਿਖਣ ਦਾ ਉਤਸ਼ਾਹ ਪ੍ਰਾਪਤ ਕਰਦਾ ਹੈ। ਬੇਸ਼ਰਮ, ਝੂਠਾ, ਧੋਖੇਬਾਜ਼, ਮਜ਼ਹਬੀ, ਜਨੂੰਨੀ, ਮਾਨਵ ਦੁਸ਼ਮਣ, ਲੋਭੀ, ਲਾਲਚੀ ਤੇ ਕਮੀਨਾ ਵਿਅਕਤੀ ਕਦੇ ਵੀ ਆਪਣੀ ਯਥਾਰਥਕ ਜੀਵਨੀ ਨਹੀਂ ਲਿਖੇਗਾ। ਉਸ ਵਿੱਚ ਨਾ ਆਮ ਸੂਝ ਦਾ ਚਮਤਕਾਰ ਹੁੰਦਾ ਹੈ, ਨਾ ਸੱਚ ਬੋਲਣ ਦੀ ਦਲੇਰੀ। ਜੇਕਰ ਉਹ ਆਤਮ ਕਥਾ ਲਿਖੇਗਾ, ਉਸ ਜੀਵਨੀ ਦਾ ਸੱਚ ਨਾ ਯਥਾਰਥ ਹੋਏਗਾ, ਨਾ ਸਮੇਂ ਦਾ ਸੱਚ। ਉਹ ਘੱਟ ਤੋਲੇਗਾ, ਝੂਠ ਕੁਫਰ ਬੋਲੇਗਾ, ਪਾਠਕਾਂ ਨੂੰ ਗੁੰਮਰਾਹ ਕਰੇਗਾ। ਉਹ ਭੁਭਾਵਕੀ ਲਹਿਜੇ ਪੈਦਾ ਕਰਕੇ ਲੋਕਾਂ ਦੀ ਬਿਰਤੀ ਫਿਰ ਪੁਰਾਣੀਆਂ ਸੋਚਾਂ ਵਾਲੀ ਹਨੇਰੇ ਸਿਰਜਦੀ ਹੋਵੇਗੀ। ਸ਼ਿਵ ਸਿੰਘ ਸੂਬੇਦਾਰ ਕਪੂਰਥਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਿਲੱਖਣ ਵਿਅਕਤੀ ਹੈ, ਜਿਸ ਨੇ ਤੰਗੀਆਂ, ਤੁਰਸ਼ੀਆਂ, ਉਲਝਣਾਂ ਤੇ ਮੁਸੀਬਤਾਂ ਚਲਦਿਆਂ ਬਚਪਨ ਲੰਘਾਇਆ ਹੈ। ਮੁੱਢਲੀ ਪੜ੍ਹਾਈ ਕੀਤੀ ਤੇ ਖਤਰਿਆਂ ਤਰਕ ਹਕੀਕਤਾਂ, ਹਨੇਰਿਆਂ ਦੇ ਭਵਿੱਖ ਵਿੱਚ ਕੁੱਦਣ ਲਈ ਚੜ੍ਹਦੀ ਜਵਾਨੀ ਵਿੱਚ ਹੀ ਫੌਜ ਵਿੱਚ ਭਰਤੀ ਹੋ ਗਿਆ ਸੀ। ਇਹ ਉਸ ਦਾ ਬਿਨਾਂ ਖੰਭਾਂ ਤੋਂ ਅਸਮਾਨ ਵਿੱਚ ਉੱਡਣ ਦਾ ਪਹਿਲਾ ਫੈਸਲਾ ਸੀ। ਇਸ ਸਥਿਤੀ ਹਨੇਰੇ ਵਿੱਚੋਂ ਚਾਨਣ ਦੀ ਤਲਾਸ਼ ਕਰਨ ਵਾਂਗ ਸੀ। ਹਨੇਰੇ ਵਿੱਚ ਚਾਨਣ ਲੱਭਣ ਲਈ ਉਹ ਪਹਿਲਾਂ ਲਗਭਗ 20 ਕੁ ਸਾਲਾਂ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋ ਗਿਆ ਸੀ। ਭਾਵੇਂ ਇਸ ਤੋਂ ਪਹਿਲਾਂ ਮਾਪਿਆਂ ਦਾ ਵੱਡਾ ਪੁੱਤਰ ਹੋਣ ਕਰਕੇ ਉਸ ਦੀ ਸ਼ਾਦੀ ਹੋ ਚੁੱਕੀ ਸੀ, ਪਰੰਤੂ ਮਕਲਾਵਾ ਬਾਕੀ ਸੀ। ਪਰ ਜਦ 1954 ਈਸਵੀ ਵਿੱਚ ਪਹਿਲੀ ਵਾਰ ਛੁੱਟੀ ਆਇਆ ਤਾਂ ਚਾਨਣ ਲੱਭਣ ਵਾਲੇ ਇਸ ਨੌਜਵਾਨ ਨੂੰ ਆਪਣੇ ਉਲੀਕੇ ਸੁਪਨਿਆਂ ਦੇ ਤਾਜ ਮਹਿਲ ਖੰਡਰ ਹੁੰਦੇ ਜਾਪੇ। ਜਦੋਂ ਮੀਆਂ ਬੀਬੀ ਪਹਿਲੀ ਵਾਰ ਮਿਲੇ, ਉਸਨੇ ਪਤਨੀ ਦੀ ਪ੍ਰਵਿਰਤੀ ਵਹਿਮਾਂ ਭਰਮਾਂ ਵਾਲੀ, ਨਿਰਾਸ਼ਜਨਕ, ਉਪਭਾਵਕੀ, ਸੰਵੇਦਨਹੀਨ, ਹਨੇਰਿਆਂ ਵਿੱਚ ਟੱਕਰਾਂ ਮਾਰਨ ਵਾਲੀ ਤੇ ਖੁਦਗਰਜ਼ ਸੁਭਾਅ ਦੀ ਅਨੁਭਵ ਕੀਤੀ। ਉਹ ਨਿਰਾਸ਼ਾ ਦੀ ਦਲਦਲ ਵਿੱਚ ਖੁੱਭਣ ਦੀ ਥਾਂ ਇਸ ਆਸ ਨਾਲ ਛੁੱਟੀ ਅਧੂਰੀ ਛੱਡ ਕੇ ਚਲਾ ਗਿਆ ਕਿ ਉਹ ਅਲੜ, ਬੇਸਮਝ ਅਤੇ ਅਨਪੜ੍ਹ ਹੈ। ਸਮੇਂ ਦੇ ਨਾਲ ਇਸ ਵਿੱਚ ਸੁਧਾਰ ਹੋ ਜਾਵੇਗਾ ਤੇ ਉਹ ਅਣਥਕ ਰਾਹੀਂ ਮੁੜ ਹਨੇਰੇ ਵਿੱਚ ਚਾਨਣ ਲੱਭਣ ਦੀ ਜੁਸਤਜੂ ਕਰਨ ਲੱਗਾ। ਸ਼ਿਵ ਸਿੰਘ ਕਿਸ ਮਿੱਟੀ ਦਾ ਬਣਿਆ ਹੋਇਆ, ਜਿਸ ਵਿੱਚ ਮਾਂ ਵੱਲੋਂ ਪ੍ਰਾਪਤ ਮਾਂ ਪਿਆਰ ਦੀ ਪੂੰਜੀ ਦਾ ਚਾਅ ਪ੍ਰਾਪਤ ਨਹੀਂ। ਪਰਿਵਾਰ ਵਿੱਚ ਪਿਤਾ ਪਿਆਰ ਦੀ ਘਾਟ ਸਾਰੀ ਉਮਰ ਤੋਂ ਤੜਫਾਉਂਦੀ ਰਹੀ ਹੈ। ਭੈਣ ਪਿਆਰ ਨਹੀਂ, ਕਿਸੇ ਰਿਸ਼ਤੇਦਾਰੀ ਦੀ ਮੁਹੱਬਤ ਦਾ ਮੀਂਹ ਵੀ ਨਹੀਂ ਪੈਂਦਾ ਰਿਹਾ।
ਚੜ੍ਹਦੀ ਉਮਰੇ ਬਿਨਾਂ ਮਾਂ ਤੋਂ ਲੰਘਾ ਕੇ ਉਸਨੇ ਫੌਜ ਵਰਗੀ ਮਰਿਆਦਾ ਸਿਖਾਉਂਦੇ ਗੰਭੀਰ ਵਿਭਾਗ ਵਿੱਚ ਨੌਕਰੀ ਕਰ ਲਈ। ਬਚਪਨ ਜਵਾਨੀ ਦੀ ਹਰਿਆਵਲੀ ਵੇਲ ਨੂੰ ਠੰਡੀ ਹਵਾ, ਸੀਤਲ ਸ਼ੁੱਧ ਪਾਣੀ, ਖਾਦ ਅਤੇ ਸੁਰੱਖਿਆ ਕਿਸ ਨੇ ਦੇਣੀ ਸੀ? ਇਸ ਦਾ ਉੱਤਰ ਸਾਡੇ ਕੋਲ ਵੀ ਨਹੀਂ ਹੈ। ਨੌਜਵਾਨ ਮੁੰਡਾ ਕੁੜੀ ਜਦ ਵੀ ਜੋਬਨ ਰੋਤੀਆਂ ਠੰਡੀਆਂ ਫੁਹਾਰਾਂ ਮਾਣਦੇ ਹਨ ਤੇ ਚੰਨ ਚਾਨਣੀਆਂ ਰਾਤਾਂ ਨੂੰ ਹਾਰਦੇ ਹਨ ਤਾਂ ਸੁਪਨਿਆਂ ਅਗਰਸੇ ਦਿਵਸ ਤੇ ਰਾਤਾਂ ਦੇ ਸਮੇਂ ਇੱਕ ਦੂਜੇ ਦੀ ਮੁਹੱਬਤ ਸੰਗਤ ਲਈ ਤਾਂਘਦੇ ਹਨ। ਆਦਰਸ਼ ਸਮਾਜ ਦੇ ਮੁੰਡੇ ਕੁੜੀਆਂ ਜੋਬਨ ਰੁੱਤੇ ਧਾਰਮਿਕ ਮਰਿਆਦਾ ਅਨੁਸਾਰ ਵਿਆਹ ਬੰਧਨ ਵਿੱਚ ਜਕੜ ਦਿੱਤੇ ਜਾਂਦੇ ਹਨ। ਇਸ ਵਿਆਹੁਤਾ ਜੀਵਨ ਦੀ ਘਰ ਗ੍ਰਸਤੀ ਵਿੱਚ ਦੋਵੇਂ ਜਵਾਨੀ ਦੇ ਸੁਪਨੇ ਪੂਰੇ ਕਰਦੇ, ਪਰਿਵਾਰਕ ਪਿਆਰ ਮਹਿਕਾਉਂਦੇ ਹਨ। ਪਰ ਸ਼ਿਵ ਸਿੰਘ ਜ਼ਿੰਦਗੀ ਦੇ ਇਸ ਸੁਨਹਿਰੀ ਸੁਪਨਿਆਂ ਨੂੰ ਇਸ ਲਈ ਪੂਰਾ ਨਹੀਂ ਕਰ ਸਕਿਆ ਕਿਉਂਕਿ ਉਸਦੇ ਜੀਵਨ ਵਿੱਚ ਉਸਦੀ ਸੁਪਨਿਆਂ ਦੇ ਸੰਸਾਰ ਵਿੱਚ ਸਵਰਗੀ ਝੂਟੇ ਲੈਣ ਦੇਣ ਵਾਲੀ ਹਮ ਖਿਆਲ ਹਮ ਸਫ਼ਰ ਉਸਦੇ ਅੰਗ ਸੰਗ ਚੱਲਣ ਦੀ ਵਫਾ ਨਾ ਨਿਭਾ ਸਕੀ। ਟੁੱਟੇ ਸੁਪਨਿਆਂ ਦਾ ਦਰਦ ਸਾਰੀ ਉਮਰ ਅੰਤਰੀ ਪੀੜਾ ਬਣ ਕੇ ਉਸ ਨੂੰ ਪਰੇਸ਼ਾਨ ਕਰਦਾ ਰਿਹਾ। ਰੋਹੀ ਦਾ ਫੁੱਲ ਸ਼ਿਵ ਸਿੰਘ ਦੀ ਸਵੈ ਜੀਵਨੀ ਦੀ ਪੁਸਤਕ ਦਰਅਸਲ ਇੱਕ ਫੌਜੀ ਦੀ ਕਹਾਣੀ ਹੈ। ਫੌਜ ਦੇ ਕਈ ਦਹਾਕਿਆਂ ਦੀ ਤਪੱਸਿਆ ਨੇ ਉਸ ਅੰਦਰ ਅਜਿਹੀ ਮਰਿਆਦਾ ਭਰ ਦਿੱਤੀ ਹੈ ਕਿ ਉਸਨੇ ਆਪਣੇ ਆਤਮ ਨੂੰ ਸਵੈ ਅਨੁਸ਼ਾਸਨੀ ਬਣਾ ਕੇ ਦੂਜਿਆਂ ਲਈ ਔਕੜਾਂ ਝੱਲ ਕੇ ਜੀਓ ਤੇ ਜੀਣ ਦਿਓ ਦਾ ਪਾਠ ਪੜ੍ਹਾਇਆ ਹੈ। ਬਲਕਿ ਆਪਣੇ ਆਦਰ ਪਿਆਰ ਮਿਲਵਰਤਨ ਸ਼ੁਭ ਇਛਾਵਾਂ ਦੀ ਅਨੁਸ਼ਾਸਨੀ ਗੁੜਤੀ ਉਹ ਆਪਣੇ ਪਰਿਵਾਰ ਨੂੰ ਵੀ ਪਿਲਾਉਣਾ ਚਾਹੁੰਦਾ ਰਿਹਾ ਹੈ। ਫੌਜ ਵਿੱਚ ਆਪ ਆਪਣੇ ਆਪ ਉੱਪਰ ਅਨੁਸ਼ਾਸਨ ਪਾਲਣਾ ਤਾਂ ਤਹਿ ਦਿਲੋਂ ਕਰਦਾ ਰਿਹਾ, ਪਰ ਉਸ ਦੇ ਜੀਵਨ ਦਾ ਦੁਖਾਂਤ ਇਹ ਰਿਹਾ ਕਿ ਉਹ ਇਸ ਫੌਜੀ ਮਰਿਆਦਾ ਦਾ ਸਬਕ ਆਪਣੀ ਪਤਨੀ ਨੂੰ ਨਾ ਸਿਖਾ ਸਕਿਆ, ਨਾ ਹੀ ਆਪਣੇ ਬੱਚਿਆਂ ਅੰਦਰ ਉੱਚੇ ਸੁੱਚੇ ਸੰਸਾਰਕ ਮਰਿਆਦਾ ਦੇ ਪ੍ਰੈਕਟੀਕਲ ਅਸੂਲਾਂ ਦਾ ਪਾਠ ਸੰਚਾਰ ਕਰ ਸਕਿਆ, ਜਿਸ ਦੇ ਫਲਸਰੂਪ ਉਸ ਦੇ ਪਰਿਵਾਰ ਦੀ ਉਸਾਰੀ ਉਹ ਉਸ ਤਰ੍ਹਾਂ ਨਾ ਕਰ ਸਕਿਆ ਜਿਹੋ ਜਿਹਾ ਉਸਨੇ ਸੁਪਨਾ ਲਿਆ ਸੀ। ਫੌਜ ਦੀ ਨਿਰੰਤਰ ਸੇਵਾ ਮਰਿਆਦਾ ਅਨੁਸ਼ਾਸਨ ਸੰਭਾਲਦਿਆਂ ਉਹ ਪਰਿਵਾਰ ਕਾਰਜਾਂ ਵੱਲੋਂ ਅਵੇਸਲਾ ਰਿਹਾ। ਇੰਜ ਮਿੱਥੇ ਸੁਪਨੇ ਦਾ ਟੁੱਟਣਾ ਉਸ ਦੇ ਜੀਵਨ ਦਾ ਦੁਖਾਂਤ ਬਣਦਾ ਰਿਹਾ। ਇਹ ਸ਼ਿਵ ਸਿੰਘ ਦੇ ਫੌਜੀ ਜੀਵਨ ਦੀ ਘਾਟ ਉਸ ਦੇ ਜੀਵਨ ਦਾ ਪਛਤਾਵਾ ਬਣੀ ਰਹੀ ਹੈ। ਪੁਸਤਕ ਦੇ 8 ਅਧਿਆਏ ਨੇ, ਜਿਵੇਂ ਮੇਰਾ ਉੱਜੜਦਾ ਗ੍ਰਸਤ, ਪੁਰਾਣੀਆਂ ਪਰਿਵਾਰਕ ਯਾਦਾਂ, ਪ੍ਰਾਪਤੀਆਂ, ਚੀਜ਼ ਅੱਜ ਵੀ ਬਾਕੀ ਹੈ, ਪੈਨਸ਼ਨ ਆਏ ਤੋਂ ਮਗਰੋਂ ਕੁਝ ਹੋਰ ਯਾਦਾਂ, ਮੇਰੀ ਜ਼ਿੰਦਗੀ ਦੇ ਸਫ਼ਰ ਵੇਲੇ ਰਾਹ ਵਿੱਚ ਆਏ ਫਰਿਸ਼ਤੇ, ਮੇਰੇ ਸਹਾਰੇ, ਮੇਰੇ ਚਾਨਣ ਮਨਾਰੇ ਅਤੇ ਅੰਤਿਕਾ ਬਾਕੀ। ਸ਼ਿਵ ਸਿੰਘ ਨੇ ਆਪਣੇ ਇਹਨਾਂ ਸਰਲੇਖਾਂ ਰਾਹੀਂ ਜਵਾਨੀ ਤੋਂ ਬੁਢਾਪੇ, ਫੌਜ ਤੇ ਪਰਿਵਾਰ, ਆਪਾਂ ਤੇ ਸਮਾਜ, ਸਾਹਿਤ ਤੇ ਸਮਾਜ ਅਤੇ ਆਪਣੀਆਂ ਦੋਸਤੀਆਂ ਸਰਗਰਮੀਆਂ, ਖੇਤੀਬਾੜੀ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਅਤੇ ਆਪਣੀ ਕਲਮ, ਆਪਣੀ ਸ਼ਰਧਾ ਦੀਆਂ ਪ੍ਰਾਪਤੀਆਂ ਬਾਤਾਂ ਪਾਪਾ ਸੁਣਾਈਆਂ ਹਨ। ਸ਼ਿਵ ਸਿੰਘ ਅੰਦਰੋਂ ਬਾਹਰੋਂ ਜਵਾਨੀ ਤੋਂ ਹੁਣ ਬੁਢਾਪਾ ਭੋਗਦਾ ਕੇਵਲ ਤੇ ਕੇਵਲ ਮਰਿਆਦਾ ਯੁਕਤ ਵਿਅਕਤੀ ਰਹਿਣ ਦਾ ਯਤਨ ਕਰਦਾ ਰਿਹਾ ਹੈ। ਉਸ ਦਾ ਤਨ, ਮਨ ਅਤੇ ਅੰਤਹਕਰਨ ਸਮੇਂ-ਸਮੇਂ ਹਾਲਾਤ ਅਤੇ ਗਲਤ ਫਹਿਮੀਆਂ ਤੋਂ ਪ੍ਰਾਪਤ ਕੀਤੇ ਦੁਖਾਂਤਾਂ ਦਾ ਕਸ਼ਟ ਭਾਵੇਂ ਭੋਗਦੇ ਰਹਿਣ ਹੋਣ, ਪਰੰਤੂ ਉਸ ਮਾਂ-ਬਾਪ ਦੇ ਲਾਲ ਨੇ ਮੁਸ਼ਕਲਾਂ ਤੋਂ ਤੰਗ ਆ ਕੇ ਨਾ ਆਪ ਖੁਦਕੁਸ਼ੀ ਕਰਨ ਦੀ ਕਦੇ ਮਨ ਵਿੱਚ ਗੱਲ ਚਿਤਵੀ, ਨਾ ਮਰਿਆਦਾ, ਕਾਨੂੰਨ ਅਤੇ ਅਨੁਸ਼ਾਸਨ ਭੰਗ ਕਰਨ ਦਾ ਕਦੇ ਸੁਪਨਾ ਲਿਆ। ਗਲਤੀਆਂ ਹੋਈਆਂ, ਸਵੀਕਾਰ ਕੀਤਾ, ਸਜ਼ਾਵਾਂ ਭੁਗਤੀਆਂ, ਤਨ ਮਨ ਨੂੰ ਤਸੀਹੇ ਦਿੱਤੇ, ਕਦੇ ਬਗਾਵਤ ਨਹੀਂ ਕੀਤੀ। ਫੌਜ ਦੀ ਜਿੰਨੀ ਸੇਵਾ ਕੀਤੀ ਮਰਿਆਦਾ ਅਨੁਸ਼ਾਸਨ ਵਿੱਚ ਰਹਿ ਕੇ ਕੀਤੀ, ਕਿਸੇ ਖੇਤਰ ਵਿੱਚ ਵੀ ਉਸ ਦਾ ਮਨ ਬੇਈਮਾਨ ਨਹੀਂ ਹੋਇਆ। ਮੀਆਂ ਬੀਵੀ ਦਾ ਆਪਸੀ ਮੇਲ ਸ਼ਿਵ ਸਿੰਘ ਲਈ ਸਮਾਨਾਂਤਰ ਰੇਖਾਵਾਂ ਵਾਂਗ ਰਿਹਾ ਹੈ ਜੋ ਕਦੇ ਨਹੀਂ ਮਿਲਦੀਆਂ। ਆਪਣੇ ਹੀ ਬੱਚਿਆਂ ਦੇ ਪਿਆਰ, ਨਿੱਘ ਤੇ ਅਹਿਸਾਸ ਲਈ ਉਹ ਉਮਰ ਭਰ ਤਾਂਘਦਾ ਤੇ ਤੜਪਦਾ ਰਿਹਾ ਹੈ, ਪਰੰਤੂ ਬੱਚਿਆਂ ਦੀ ਮਾਂ ਦੀ ਇਸ ਵਿਅਕਤੀ ਉੱਪਰ ਕਰੋਪੀ ਬਣੀ ਰਹੀ। ਕਦੇ ਵੀ ਪਰਿਵਾਰ ਵੱਲੋਂ ਆਪਣੇ ਪਿਆਰੇ ਪਾਪਾ ਜੀ, ਮੁਖੀਆ ਜੀ, ਫੌਜੀ ਸਾਹਿਬ ਜਾਂ ਸੂਬੇਦਾਰ ਸਾਹਿਬ ਨੂੰ ਮੁਸਕਰਾ ਕੇ ਕਹਿਣ ਦੀ ਮਹਿਕ ਨਾ ਪ੍ਰਾਪਤ ਕਰ ਸਕਿਆ। ਅਜਿਹੇ ਵਾਤਾਵਰਨ ਵਿੱਚ ਤੰਦਰੁਸਤ ਵਿਅਕਤੀ ਵੀ ਪਾਗਲ ਹੋ ਜਾਂਦਾ ਹੈ। ਰੋਹੀ ਦਾ ਫੁੱਲ ਅਜਿਹੀ ਜ਼ਿੰਦਗੀ ਦੀ ਕਥਾ ਵਾਰਤਾ ਹੈ ਜਿਸ ਨੇ ਅੱਗ ਨਾਲ ਖੇਡਣਾ ਸਿੱਖਿਆ ਹੈ, ਮਰਿਆਦਾ ਦੇ ਸੰਗਲਾਂ ਨਾਲ ਜਕੜ ਕੇ ਆਪਣੇ ਪਰਿਵਾਰ ਨੂੰ ਜਿਉਣਾ ਸਿਖਾਇਆ ਹੈ, ਜੀਵੋ ਤੇ ਜੀਣ ਦਿਓ ਦੇ ਸੁਨੇਹੇ ਦਿੱਤੇ ਹਨ, ਹੱਥੀਂ ਕੰਮ ਕਰਨ ਦੀ ਮਿਸਾਲ ਜਗਾਈ ਹੈ, ਗਿਆਨ ਵੰਡਣ, ਸਮਾਜ ਸੇਵਾ ਕਰਨ, ਪ੍ਰਦੂਸ਼ਣ ਘਟਾਉਣ ਵਿੱਚ ਯੋਗਦਾਨ ਪਾਇਆ ਹੈ। ਸ਼ਿਵ ਸਿੰਘ ਸੱਚਮੁੱਚ ਰੋਹੀ ਦਾ ਫੁੱਲ ਹੈ, ਚਾਨਣ ਵੰਡਣ ਵਾਲਾ, ਆਪ ਹਨੇਰੇ ਸੰਗ ਟਾਕਰਾ ਕਰ ਰਿਹਾ ਹੈ। ਜਿੰਨਾ ਵੀ ਹਨੇਰੇ ਨਾਲ ਲੜਿਆ ਹੈ, ਜਿੱਤ ਪ੍ਰਾਪਤ ਕੀਤੀ ਹੈ। ਪਿਛਲੇ 1.5 ਦਹਾਕੇ ਤੋਂ ਪੰਜਾਬੀ ਸਾਹਿਤ ਨੂੰ ਉਸਨੇ ਆਪਣੀ ਸੋਚ ਸੰਚਾਰਨ ਦਾ ਸਾਧਨ ਬਣਾਇਆ ਹੈ। ਇਹ ਉਸ ਲਈ ਅੰਮ੍ਰਿਤ ਪ੍ਰਾਪਤੀ ਵਾਂਗ ਸਤਿਅਮ ਸ਼ਿਵਮ ਸੁੰਦਰਮ ਸਾਬਤ ਹੋ ਰਿਹਾ ਹੈ। ਬੁੱਢਾ ਬਜ਼ੁਰਗ ਗੱਭਰੂ ਅੱਜ ਰੋਹੀ ਦਾ ਫੁੱਲ ਬਣ ਕੇ ਆਪਣੇ ਅੰਦਰਲੇ ਸਿਰਜਨਾਤਮਕ ਬਲਬਲਿਆਂ ਨੂੰ ਸ਼ਬਦ ਰੂਪ ਵਿੱਚ ਢਾਲ ਕੇ ਇਸ ਪੁਸਤਕ ਨੂੰ ਪੰਜਾਬੀ ਪਾਠਕਾਂ ਨੂੰ ਭੇਟ ਕਰਨ ਦੀ ਖੁਸ਼ੀ ਲੈ ਰਿਹਾ ਹੈ। ਭਾਵੇਂ ਸਵੈ ਜੀਵਨੀ ਹਰ ਵਿਅਕਤੀ ਦੀ ਵਿਅਕਤੀਗਤ ਪ੍ਰਾਪਤੀਆਂ, ਮੁਸ਼ਕਲਾਂ, ਸਮੱਸਿਆਵਾਂ, ਗੁਪਤ ਚਲਾਕੀਆਂ ਦਾ ਖਬਰਨਾਮਾ ਹੀ ਕਹਿ ਸਕਦੇ ਹਾਂ, ਪਰੰਤੂ ਪਾਠਕ ਸਵੈ ਜੀਵਨੀਕਾਰ ਦੇ ਜੀਵਨ ਸੰਘਰਸ਼ ਅਤੇ ਸਫਲਤਾਵਾਂ ਅਸਫਲਤਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਜਿਵੇਂ ਇਸ ਸਵੈ ਜੀਵਨੀ ਵਿੱਚ ਲੇਖਕ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਯਾਦ ਕਰਦਿਆਂ ਭੂਤਕਾਲ ਪੰਜਾਬ ਦੇ ਵਸਦੇ ਵਿਹੜਿਆਂ ਦਾ ਹਾਲ ਲਿਖ ਕੇ
ਮੋਏ ਬੰਦਿਆਂ ਨੂੰ ਮੁੜ ਜਿਉਂਦਾ ਕਰਨ ਲਈ ਮੁੜ-ਮੁੜ ਉਹਨਾਂ ਨੂੰ ਯਾਦ ਕੀਤਾ ਹੈ। ਰੋਹੀ ਦਾ ਫੁੱਲ ਅੱਜ ਵੀ ਮਹਿਕਦਾ ਹੈ, ਖਿੜਦਾ ਹੈ ਲੋਕ ਜੀਵਨ ਦੇ ਰੰਗ ਮੰਚ ਉੱਪਰ। ਉਹਨਾਂ ਮਰਦ, ਇਸਤਰੀਆਂ, ਘਰ ਪਰਿਵਾਰ, ਇਤਿਹਾਸਕ ਘਟਨਾਵਾਂ ਅਤੇ ਸਮਾਜ ਸੇਵਕਾਂ ਨੂੰ ਯਾਦ ਕਰਨ ਦੇ ਬਹਾਨੇ ਆਪਣੇ ਅਭਿਨੰਦਨ ਪੇਸ਼ ਕਰਦਾ ਹੈ। ਇਹੋ ਉਸ ਦੀ ਕਲਮ ਦੀ ਪ੍ਰਾਪਤੀ ਹੈ। ਸ਼ੁਭ ਇਸ਼ਾਵਾਂ।